हाँ जी बेटा, अज का टॉपिक है राष्ट्रीय आमदन का माप। और असी इस टॉपिक दे विच अज खर्च विधि नाल संबंधित एक दो सवाल करांगे। बेटा, राष्ट्रीय आमदन के माप दियाँ मुख तीन विधियाँ हैं। एक है आमदन विधि, दूसरी खर्च विधि है और तीसरी उत्पाद विधि है। अज का साडा टॉपिक सिर्फ खर्च विधि नाल संबंधित है। जदों खर्च विधि का सवाल इम्तिहान में आउंदा है तो सानू आम तौर पर जो पूछा जाता है वो इस प्रकार हुंदा है, जिवें बाजार कीमत ते सकल घरेलू उत्पाद पता करो, जां बाजार कीमत ते सकल राष्ट्रीय उत्पाद पता करो, जां राष्ट्रीय आमदन पता करो। इस प्रकार सानू घरेलू आमदन पता करने बारे भी पूछा जा सकता है। असीं बेटा दो सवाल लए हैं, सवाल नंबर 1 और सवाल नंबर 2। इन्हां दोहां सवालों के विच बहुत मामूली जिहा अंतर है, पर जेकर असीं उस अंतर नूं सवाल करन वेले ध्यान विच नहीं रखते तां साडा सवाल जिहड़ा है वो गलत हो जाता है। इसलिए मैं तुहानूं दोवें सवाल हल करके दिखावांगे तां कि तुहाडी इम्तिहान विच गलती ना होवे। सब तो पहला असीं सवाल नंबर 1 नूं करन दी कोशिश करांगे। तां सब तो पहला इहदे विच देखो दिता होया है उपभोग खर्च, और इस दियां दो मदां अलग अलग दित्तियां गईयां हन। एक है निजी अंतम उपभोग खर्च ਅਤੇ सरकारी अंतम उपभोग खर्च। ਤਾਂ ਅਸੀਂ ਸਭ ਤੋਂ ਪਹਿਲਾਂ ਨਿੱਜੀ ਅੰਤਮ ਉਪਭੋਗ ਖਰਚ ਨੂੰ ਫਾਰਮੂਲੇ ਦੇ ਵਿੱਚ ਲਿਖਣਾ ਹੈ। ਉਸ ਤੋਂ ਬਾਅਦ ਅਸੀਂ ਸਰਕਾਰੀ ਅੰਤਮ ਉਪਭੋਗ ਖਰਚ ਨੂੰ ਇਸ ਵਿੱਚ ਜੋੜ ਦੇਣਾ ਹੈ। उस तो बाद साढ़े कोल आ गया है सकल घरेलू पूंजी निर्माण। इसका मतलब है निवेश, तो निवेश के खर्च नूं भी असीं इस विच जोड़ देना है सकल घरेलू पूंजी निर्माण नूं। इस तो बाद देखो सवाल दे विच लिखिया होया है निर्यात अते आयात। इन्हां नूं असीं किवें फार्मूले दे विच लिखना है। सब तो पहलां असीं निर्यात नूं लिखांगे, फिर असीं उस विचों आयात नूं घटा देना है। निर्यात विचों आयात नूं घटाउण ते सानूं प्राप्त हुंदा है शुद्ध निर्यात, और इस शुद्ध निर्यात नूं असीं फार्मूले दे विच जोड़ देना है। सो साडे कोल देखो फार्मूले विच आ गया निजी अंतम उपभोग खर्च, सरकारी अंतम उपभोग खर्च, सकल घरेलू पूंजी निर्माण ਅਤੇ शुद्ध निर्यात। इन्हां चारां रकमां ਦਾ ਜੋੜ ਕਰਨ ਤੋਂ ਬਾਅਦ ਸਾਨੂੰ ਕੀ ਪ੍ਰਾਪਤ ਹੁੰਦਾ ਹੈ? ਤਾਂ ਇਹ ਯਾਦ ਕਰ ਲੈਣਾ ਬੇਟਾ, ਇਨ੍ਹਾਂ ਚਾਰਾਂ ਦਾ ਜੋੜ ਕਰਨ ਤੋਂ ਬਾਅਦ ਸਾਨੂੰ ਪ੍ਰਾਪਤ ਹੁੰਦਾ ਹੈ ਬਾਜ਼ਾਰ ਕੀਮਤ ਤੇ ਸਕਲ ਘਰੇਲੂ ਉਤਪਾਦ। ਜੋ ਸਾਨੂੰ ਸਵਾਲ ਦੇ ਵਿੱਚ ਊੜਾ ਪ੍ਰਸ਼ਨ ਪੁੱਛਿਆ ਗਿਆ ਨਾ, ਬਾਜ਼ਾਰ ਕੀਮਤ ਤੇ ਸਕਲ ਘਰੇਲੂ ਉਤਪਾਦ ਕਰੋ, ਉਸ ਨੂੰ ਪਤਾ ਕਰਨ ਲਈ ਤੁਸੀਂ ਇਸ ਤਰ੍ਹਾਂ ਫਾਰਮੂਲਾ ਲਿਖਣਾ ਹੈ। ਨਿੱਜੀ ਅੰਤਮ ਉਪਭੋਗ ਖਰਚ ਵਿੱਚ ਸਰਕਾਰੀ ਅੰਤਮ ਉਪਭੋਗ ਖਰਚ ਨੂੰ ਜੋੜਨਾ ਹੈ, ਉਸ ਤੋਂ ਬਾਅਦ ਸਕਲ ਘਰੇਲੂ ਪੂੰਜੀ ਨਿਰਮਾਣ ਨੂੰ ਵਿੱਚ ਜੋੜ ਦੇਣਾ ਹੈ, ਅਤੇ ਸਭ ਤੋਂ ਬਾਅਦ ਵਿੱਚ ਸ਼ੁੱਧ ਨਿਰਯਾਤ ਨੂੰ ਜੋੜਨਾ ਹੈ। ਹੁਣ ਸਾਡੇ ਕੋਲ ਦੂਸਰਾ ਸਵਾਲ ਵੀ ਅਸੀਂ ਲਿਖ ਲਿਆ ਹੈ। ਤਾਂ ਦੋਹਾਂ ਸਵਾਲਾਂ ਦੇ ਵਿੱਚ ਫਰਕ ਕੀ ਹੈ? ਬਹੁਤ ਮਾਮੂਲੀ ਜਿਹਾ ਫਰਕ ਹੈ, ਪਰ ਇਸ ਮਾਮੂਲੀ ਜਿਹੇ ਫਰਕ ਨੂੰ ਜੇਕਰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਤਾਂ ਸਾਡਾ ਸਾਰਾ ਸਵਾਲ ਜਿਹੜਾ ਬੇਟਾ ਉਹ ਗਲਤ ਹੋ ਜਾਂਦਾ। ਤਾਂ ਦੇਖੋ ਨੋਟ ਕਰੋ, ਇਸ ਵਿੱਚ ਲਿਖਿਆ ਹੈ ਸਥਾਈ ਘਰੇਲੂ ਪੂੰਜੀ ਨਿਰਮਾਣ। ਦੂਸਰੇ ਸਵਾਲ ਵਿੱਚ ਲਿਖਿਆ ਹੈ ਸਥਾਈ ਘਰੇਲੂ ਪੂੰਜੀ ਨਿਰਮਾਣ। ਹੁਣ ਪਹਿਲੇ ਸਵਾਲ ਵਿੱਚ ਕੀ ਲਿਖਿਆ ਸੀਗਾ? ਪਹਿਲੇ ਸਵਾਲ ਵਿੱਚ ਲਿਖਿਆ ਸੀਗਾ ਸਕਲ ਘਰੇਲੂ ਪੂੰਜੀ ਨਿਰਮਾਣ। ਸੋ ਦੋਹਾਂ ਦੇ ਵਿੱਚ ਅੰਤਰ ਹੈ। ਸਥਾਈ ਘਰੇਲੂ ਪੂੰਜੀ ਨਿਰਮਾਣ ਅਤੇ ਸਕਲ ਘਰੇਲੂ ਪੂੰਜੀ ਨਿਰਮਾਣ ਦੋਵੇਂ ਇੱਕ ਹੀ ਨਹੀਂ ਹਨ।
ਸੋ ਪਹਿਲੇ ਸਵਾਲ ਵਿੱਚ ਹੈ ਸਕਲ, ਦੂਸਰੇ ਵਿੱਚ ਹੈ ਸਥਾਈ। ਤੁਸੀਂ ਜਦੋਂ ਵੀ ਸਵਾਲ ਨੂੰ ਪੜ੍ਹਨਾ ਹੈ ਇਮਤਿਹਾਨ ਵਿੱਚ ਜਾ ਕੇ ਤਾਂ ਇਸ ਫਰਕ ਨੂੰ ਖਾਸ ਤੌਰ 'ਤੇ ਧਿਆਨ ਵਿੱਚ ਰੱਖਣਾ ਹੈ ਕਿ ਕੀ ਪ੍ਰਸ਼ਨ ਵਿੱਚ ਸਾਨੂੰ ਸਥਾਈ ਘਰੇਲੂ ਪੂੰਜੀ ਨਿਰਮਾਣ ਲਿਖਿਆ ਗਿਆ ਹੈ ਜਾਂ ਸਕਲ ਘਰੇਲੂ ਪੂੰਜੀ ਨਿਰਮਾਣ। ਕਿਉਂਕਿ ਸਕਲ ਘਰੇਲੂ ਪੂੰਜੀ ਨਿਰਮਾਣ ਜਿਹੜਾ ਹੈ ਇਹ ਦੋ ਰਕਮਾਂ ਦਾ ਜੋੜ ਹੁੰਦਾ ਹੈ। ਤਾਂ ਇਹ ਦੋ ਰਕਮਾਂ ਕਿਹੜੀਆਂ ਹਨ? ਇੱਕ ਹੈ ਸਥਾਈ ਘਰੇਲੂ ਪੂੰਜੀ ਨਿਰਮਾਣ ਅਤੇ ਦੂਸਰੀ ਹੈ ਸਟਾਕ ਵਿੱਚ ਪਰਿਵਰਤਨ। ਇਹਨਾਂ ਦੋਹਾਂ ਦਾ ਜੋੜ ਬਣਦਾ ਹੈ ਸਕਲ ਘਰੇਲੂ ਪੂੰਜੀ ਨਿਰਮਾਣ। ਔਰ ਇਹ ਸਕਲ ਘਰੇਲੂ ਪੂੰਜੀ ਨਿਰਮਾਣ ਸਾਨੂੰ ਪਹਿਲੇ ਸਵਾਲ ਵਿੱਚ ਦਿੱਤਾ ਗਿਆ ਸੀ ਔਰ ਅਸੀਂ ਇਸ ਨੂੰ ਪਹਿਲੇ ਸਵਾਲ ਦੇ ਫਾਰਮੂਲੇ ਵਿੱਚ ਵੀ ਲਿਖਿਆ ਸੀ। ਪਰੰਤੂ ਹੁਣ ਕਿਉਂਕਿ ਦੂਸਰੇ ਸਵਾਲ ਵਿੱਚ ਸਕਲ ਘਰੇਲੂ ਪੂੰਜੀ ਨਿਰਮਾਣ ਨਹੀਂ ਲਿਖਿਆ ਬਲਕਿ ਸਥਾਈ ਘਰੇਲੂ ਪੂੰਜੀ ਨਿਰਮਾਣ ਲਿਖਿਆ ਹੈ, ਇਸ ਲਈ ਅਸੀਂ ਫਾਰਮੂਲੇ ਨੂੰ ਥੋੜ੍ਹਾ ਜਿਹਾ ਬਦਲ ਦੇਵਾਂਗੇ ਤਾਂ ਸਾਡਾ ਦੂਸਰਾ ਸਵਾਲ ਵੀ ਸਹੀ ਉੱਤਰ ਸਾਨੂੰ ਪ੍ਰਾਪਤ ਕਰਵਾ ਦੇਵੇਗਾ। ਸੋ ਅਸੀਂ ਦੂਸਰੇ ਸਵਾਲ ਦਾ ਫਾਰਮੂਲਾ ਲਿਖਾਂਗੇ ਨਿੱਜੀ ਅੰਤਮ ਉਪਭੋਗ ਖਰਚ, ਉਸ ਵਿੱਚ ਸਰਕਾਰੀ ਅੰਤਮ ਉਪਭੋਗ ਖਰਚ ਨੂੰ ਜੋੜਨਾ ਹੈ ਜਿਵੇਂ ਅਸੀਂ ਪਹਿਲੇ ਫਾਰਮੂਲੇ ਵਿੱਚ ਕੀਤਾ ਸੀ। ਉਸ ਤੋਂ ਬਾਅਦ ਅਸੀਂ ਜੋੜਨਾ ਹੈ ਸਥਾਈ ਘਰੇਲੂ ਪੂੰਜੀ ਨਿਰਮਾਣ ਅਤੇ ਉਸ ਵਿੱਚ ਸਟਾਕ ਵਿੱਚ ਪਰਿਵਰਤਨ ਵੀ ਜੋੜ ਦੇਣਾ ਹੈ। ਸੋ ਸਾਡਾ ਪਹਿਲੇ ਅਤੇ ਦੂਜੇ ਫਾਰਮੂਲੇ ਵਿੱਚ ਜੋ ਮੁੱਖ ਅੰਤਰ ਹੈ ਉਹ ਹੈ ਕਿ ਪਹਿਲੇ ਸਵਾਲ ਵਿੱਚ ਅਸੀਂ ਲਿਖਿਆ ਹੈ ਸਕਲ ਘਰੇਲੂ ਪੂੰਜੀ ਨਿਰਮਾਣ, ਜਦ ਕਿ ਅਸੀਂ ਦੂਸਰੇ ਸਵਾਲ ਦੇ ਫਾਰਮੂਲੇ ਵਿੱਚ ਦੋ ਰਕਮਾਂ ਦਾ ਜੋੜ ਕਰਾਂਗੇ। ਉਹ ਰਕਮਾਂ ਹਨ ਸਥਾਈ ਘਰੇਲੂ ਪੂੰਜੀ ਨਿਰਮਾਣ ਅਤੇ ਸਟਾਕ ਵਿੱਚ ਪਰਿਵਰਤਨ। ਔਰ ਹੁਣ ਸਾਡਾ ਦੂਸਰਾ ਜਿਹੜਾ ਸਵਾਲ ਦਾ ਫਾਰਮੂਲਾ ਹੈ ਅਤੇ ਜੋ ਪਹਿਲੇ ਸਵਾਲ ਦਾ ਫਾਰਮੂਲਾ ਹੈ ਉਹ ਦੋਵੇਂ ਇੱਕ ਹੀ ਬਣ ਗਏ ਹਨ। ਸੋ ਅਸੀਂ ਹੁਣ ਇਹਨਾਂ ਦੇ ਵਿੱਚ ਇਹਨਾਂ ਦੇ ਮੁੱਲ ਭਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਨਿੱਜੀ ਅੰਤਮ ਉਪਭੋਗ ਖਰਚ ਜੋ ਪਹਿਲੇ ਸਵਾਲ ਦਿੱਤਾ ਸੀਗਾ 65,000 ਕਰੋੜ ਰੁਪਇਆ, ਉਸ ਵਿੱਚ ਅਸੀਂ ਜੋੜ ਦਿੱਤਾ ਹੈ ਸਰਕਾਰੀ ਅੰਤਮ ਉਪਭੋਗ ਖਰਚ 20,550 ਕਰੋੜ ਰੁਪਇਆ। ਉਸ ਵਿੱਚ ਅਸੀਂ ਜੋੜਨਾ ਹੈ 6,500 ਕਰੋੜ ਰੁਪਇਆ ਸਕਲ ਘਰੇਲੂ ਪੂੰਜੀ ਨਿਰਮਾਣ ਅਤੇ ਉਸ ਤੋਂ ਬਾਅਦ ਅਸੀਂ ਸ਼ੁੱਧ ਨਿਰਯਾਤ ਨੂੰ ਲਿਖਣਾ ਹੈ। ਸ਼ੁੱਧ ਨਿਰਯਾਤ ਨੂੰ ਕਿਵੇਂ ਕਰਨਾ ਹੈ ਤਾਂ ਦੇਖੋ, ਸਭ ਤੋਂ ਪਹਿਲਾਂ ਅਸੀਂ ਨਿਰਯਾਤ ਨੂੰ ਲਿਖਣਾ ਹੈ ਔਰ ਉਸ ਤੋਂ ਬਾਅਦ ਉਸ ਵਿੱਚੋਂ ਅਸੀਂ ਆਯਾਤ ਨੂੰ ਘਟਾ ਦੇਣਾ ਹੈ। ਤਾਂ ਦੇਖੋ ਆਯਾਤ ਹੈ 2,000 ਕਰੋੜ ਰੁਪਇਆ ਔਰ ਨਿਰਯਾਤ ਹੈ ਨਿਰਯਾਤ ਹੈ 2,000 ਕਰੋੜ ਰੁਪਇਆ ਅਤੇ ਆਯਾਤ ਹੈ 7,000 ਕਰੋੜ ਰੁਪਇਆ। ਸੋ ਅਸੀਂ 2,000 ਵਿੱਚੋਂ 7,000 ਨੂੰ ਘਟਾਉਣਾ ਹੈ। ਹੁਣ ਵੇਖੋ 2,000 ਛੋਟੀ ਰਕਮ ਹੈ ਅਤੇ 7,000 ਵੱਡੀ ਰਕਮ ਹੈ। ਸੋ ਅਸੀਂ ਇਸ ਨੂੰ ਕਿਸ ਤਰ੍ਹਾਂ ਕਰਨਾ ਹੈ ਕਿ ਅਸੀਂ ਪਹਿਲਾਂ 7,000 ਵਿੱਚੋਂ 2,000 ਨੂੰ ਘਟਾ ਦੇਣਾ ਹੈ, ਉਹ ਆ ਜਾਂਦਾ ਹੈ 5,000 ਔਰ 5,000 ਦੇ ਨਾਲ ਅਸੀਂ ਇਸ ਦੇ 5,000 ਦੇ ਅਗਲੇ ਪਾਸੇ ਅਸੀਂ ਨਿਸ਼ਾਨ ਲਗਾਉਣਾ ਹੈ, ਉਹ ਵੱਡੀ ਰਕਮ ਦੇ ਨਾਲ ਜੋ ਵੀ ਨਿਸ਼ਾਨ ਲੱਗਾ ਹੈ ਉਹ ਲਗਾਉਣਾ ਹੈ। ਜਿਵੇਂ 7,000 ਦੇ ਨਾਲ 7,000 ਵੱਡੀ ਰਕਮ ਹੈ ਅਤੇ ਇਸ ਦੇ ਨਾਲ ਘਟਾਓ ਦਾ ਨਿਸ਼ਾਨ ਲੱਗਾ ਹੈ, ਸੋ 5,000 ਦੇ ਨਾਲ ਵੀ ਘਟਾਓ ਦਾ ਨਿਸ਼ਾਨ ਲੱਗੇਗਾ ਜੋ ਕਿ ਵੱਡੀ ਰਕਮ ਦਾ ਨਿਸ਼ਾਨ ਹੈ। ਸੋ ਸਾਡੇ ਕੋਲ ਸ਼ੁੱਧ ਨਿਰਯਾਤ ਮਾਈਨਸ ਦਾ 5,000 ਕਰੋੜ ਰੁਪਇਆ ਆ ਗਿਆ ਹੈ ਅਤੇ ਇਸ ਨੂੰ ਅਸੀਂ ਉੱਪਰ ਫਾਰਮੂਲੇ ਦੇ ਵਿੱਚ ਇਸ ਨੂੰ ਲਿਖਣਾ ਹੈ। ਹੁਣ ਦੇਖੋ ਬੇਟਾ, ਪਹਿਲਾਂ ਅਸੀਂ ਪਲੱਸ ਲਿਖਿਆ ਸੀ ਔਰ ਸ਼ੁੱਧ ਨਿਰਯਾਤ ਸਾਡਾ ਮਾਈਨਸ ਵਿੱਚ ਹੈ। ਸੋ ਪਲੱਸ ਅਤੇ ਮਾਈਨਸ ਇਹ ਧਿਆਨ ਰੱਖਣਾ, ਪਲੱਸ ਅਤੇ ਮਾਈਨਸ ਹੋ ਜਾਂਦੇ ਹਨ। ਸੋ ਪਲੱਸ ਦਾ ਜਿਹੜਾ ਸਾਈਨ ਹੈ ਉਹ ਨਹੀਂ ਲਿਖਿਆ ਜਾਂਦਾ ਔਰ ਸਿਰਫ ਮਾਈਨਸ ਦਾ ਨਿਸ਼ਾਨ ਹੀ ਅਸੀਂ ਲਿਖਾਂਗੇ। ਪਲੱਸ ਅਤੇ ਮਾਈਨਸ ਹੁੰਦਾ ਹੈ। ਸੋ ਹੁਣ ਸਾਡੇ ਕੋਲ 3 ਰਕਮਾਂ ਜੋੜ ਵਾਲੀਆਂ ਹਨ ਅਤੇ 1 ਰਕਮ ਹੈ ਘਟਾਓ ਵਾਲੀ। ਸੋ ਅਸੀਂ ਪਹਿਲਾਂ 3 ਰਕਮਾਂ ਦਾ ਜੋੜ ਕਰਨਾ ਹੈ ਅਤੇ ਉਸ ਤੋਂ ਬਾਅਦ 1 ਰਕਮ ਨੂੰ ਅਸੀਂ ਇਸ ਵਿੱਚੋਂ ਘਟਾ ਦੇਣਾ ਹੈ 5,000 ਕਰੋੜ ਰੁਪਏ ਨੂੰ। ਤਾਂ ਸਾਡੇ ਕੋਲ ਉੱਤਰ ਆ ਜਾਂਦਾ ਹੈ 87,050 ਕਰੋੜ ਰੁਪਏ। ਸੋ ਸਾਨੂੰ ਸਵਾਲ ਦੇ ਵਿੱਚ ਜੋ
पहला प्रश्न पूछा गया सी बाजार कीमत ते सकल घरेलू उत्पाद पता करो, उसका उत्तर है 87,050 करोड़ रुपए। हुण असीं दूसरे सवाल नूं भी इसे तरह करांगे। दूसरे सवाल का फार्मूला लिखते हैं और इस दे विच असीं दूसरे सवाल दीयां रकमां जिहड़ियां हन वो सारियां लिख देणियां हन। तां देखो 65,000 करोड़ रुपया निजी अंतम उपभोग खर्च है। सरकारी अंतम उपभोग खर्च 20,550 करोड़ रुपया। उस तो बाद 5500 करोड़ रुपया है स्थाई घरेलू पूंजी निर्माण, 1,000 है स्टाक विच परिवर्तन और शुद्ध निर्यात जो असीं पहलां पता कीता सी वो है माइनस का 5,000 करोड़ रुपया। सो इसका उत्तर भी बनया है 87,050 करोड़ रुपए। क्यों? क्योंकि 5500 ਅਤੇ 1,000 ਇਹ ਦੋਵੇਂ ਮਿਲ ਕੇ ਬਣਦੇ ਹਨ 6500। ਸਥਾਈ ਘਰੇਲੂ ਪੂੰਜੀ ਨਿਰਮਾਣ ਅਤੇ ਸਟਾਕ ਵਿੱਚ ਪਰਿਵਰਤਨ ਇਹ ਦੋਵੇਂ ਮਿਲ ਕੇ ਪਹਿਲੇ ਸਵਾਲ ਦੇ ਵਿੱਚ ਆਏ ਸਨ 6500 ਕਰੋੜ ਰੁਪਇਆ। ਸੋ ਇਸ ਤਰ੍ਹਾਂ ਅਸੀਂ ਦੋਹਾਂ ਸਵਾਲਾਂ ਦਾ ਪਹਿਲਾ ਉੱਤਰ ਜਿਹੜਾ ਹੈ ਉਹ ਪ੍ਰਾਪਤ ਕਰ ਲਿਆ ਹੈ। ਤਾਂ ਤੁਸੀਂ ਦੇਖੋ ਦੋਹਾਂ ਸਵਾਲਾਂ ਨੂੰ ਕਰਨ ਦਾ ਤਰੀਕਾ ਅਲੱਗ ਹੈ, ਇਸ ਨੂੰ ਬਹੁਤ ਤੁਸੀਂ ਧਿਆਨ ਨਾਲ ਇਮਤਿਹਾਨ ਵਿੱਚ ਕਰਨਾ ਹੈ। ਉਸ ਤੋਂ ਬਾਅਦ ਅਸੀਂ ਹੁਣ ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ ਦੂਸਰਾ ਜੋ ਹੈ ਸਾਡਾ ਪ੍ਰਸ਼ਨ ਦਾ ਹਿੱਸਾ ਉਹ ਅਸੀਂ ਪਤਾ ਕਰਾਂਗੇ। ਸੋ ਅਸੀਂ ਸਭ ਤੋਂ ਪਹਿਲਾਂ ਬਾਜ਼ਾਰ ਕੀਮਤ ਤੇ ਸਕਲ ਘਰੇਲੂ ਉਤਪਾਦ ਜੋ ਸਾਡਾ ਪਹਿਲਾ ਉੱਤਰ ਪ੍ਰਾਪਤ ਹੋਇਆ ਉਸ ਨੂੰ ਲਿਖਿਆ ਹੈ। ਉਸ ਤੋਂ ਬਾਅਦ ਅਸੀਂ ਹੁਣ ਪਤਾ ਕਰਨਾ ਹੈ ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ। ਸੋ ਜੋ ਅਸੀਂ ਪਹਿਲਾਂ ਪਤਾ ਕੀਤਾ ਸੀ ਉਹ ਸੀਗਾ ਘਰੇਲੂ ਉਤਪਾਦ ਅਤੇ ਜੋ ਅਸੀਂ ਹੁਣ ਪਤਾ ਕਰਨਾ ਹੈ ਉਹ ਹੈ ਰਾਸ਼ਟਰੀ ਉਤਪਾਦ। ਸੋ ਘਰੇਲੂ ਨੂੰ ਅਸੀਂ ਰਾਸ਼ਟਰੀ ਉਤਪਾਦ ਵਿੱਚ ਬਦਲਣਾ ਹੈ। ਤਾਂ ਇਸ ਦਾ ਬਹੁਤ ਹੀ ਆਸਾਨ ਤਰੀਕਾ ਹੈ ਕਿ ਜੋ ਸਾਡੀ ਘਰੇਲੂ ਉਤਪਾਦ ਦਾ ਸਾਡਾ ਘਰੇਲੂ ਉਤਪਾਦ ਦਾ ਮੁੱਲ है पहला असी वो फार्मूला इत्थे लिखना है और उस तो बाद शुद्ध निर्यात विच दूसरे फार्मूले दे विच घरेलू तो राष्ट्रीय बनाउण लई दूसरे फार्मूले दे विच असी इत्थे एक रकम होर जोड़ देनी है फार्मूले दे आखिर विच। और वो रकम किहड़ी है? वो है विदेशों तो प्राप्त शुद्ध साधन आमदन। सो असीं जेकर घरेलू उत्पाद वाले फार्मूले दे विच विदेशों तो प्राप्त शुद्ध साधन आमदन भी जोड़ दिंदे हाँ तां इह साडे कोल जो फार्मूला नवां बन गया है इस मुताबिक जदों असीं सारियां रकमां दा जोड़ करांगे तां इह साडे कोल आएगा बाजार कीमत ते सकल राष्ट्रीय उत्पाद। राष्ट्री इसलिए क्योंकि इस विच असीं हुण विदेशों तो प्राप्त शुद्ध साधन आमदन नूं जोड़ दिता है। हुण असीं सारियां मदां जो भी उपर लिखियां हन फार्मूले च उन्हां दी वैल्यू पुट करदे हां। सो असीं सारियां रकमां इत्थे लिख लईआं हन। निजी अंतम उपभोग खर्च, सरकारी अंतम उपभोग खर्च, स्थाई घरेलू पूंजी निर्माण, स्टाक विच परिवर्तन। असीं हुण दूसरा सवाल कर रहे हैं ना, इस करके इस विच असीं स्थाई घरेलू पूंजी निर्माण भी लिखा है और स्टाक विच परिवर्तन भी लिखा है। सो असीं हुण अगे सारा सवाल जिहड़ा है सवाल नंबर 2 ही करांगे। हुण देखो विदेशों तो शुद्ध साधन आमदन सानू माइनस विच दित्ती गई है। सो फिर प्लस अते माइनस जिस तरह ही पहला कीता सी प्लस अते माइनस हो जाएंगे और प्लस जिहड़ा है वो इत्थों गायब हो जाएगा, वो इत्थे नहीं रहेगा। हुण इन्हां विच असीं जदों पहलियां 4 रकमां दा जोड़ कीता सी तां पंजवीं रकम घटाई सी तां वो साडे कोल आया सी 87,050 करोड़ रुपया और हुण असीं उस विचों 550 करोड़ रुपया होर घटा देना है।
ਸੋ ਸਾਡੇ ਕੋਲ ਉੱਤਰ ਆ ਜਾਂਦਾ ਹੈ 86,500 ਕਰੋੜ ਰੁਪਇਆ। ਔਰ ਇਹ ਸਾਡੀ ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ ਸਾਨੂੰ ਪ੍ਰਾਪਤ ਹੋ ਗਿਆ ਹੈ। ਔਰ ਇਹ ਸਵਾਲ ਦੇ ਵਿੱਚ ਸਾਡਾ ਦੂਸਰਾ ਪ੍ਰਸ਼ਨ ਸੀ, ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ ਪਤਾ ਕਰੋ। ਔਰ ਇਸ ਦਾ ਉੱਤਰ ਆ ਗਿਆ 86,500 ਕਰੋੜ ਰੁਪਇਆ। ਹੁਣ ਅਸੀਂ ਈੜੀ ਭਾਗ ਦਾ ਉੱਤਰ ਵੀ ਪਤਾ ਕਰਨਾ ਹੈ। ਈੜੀ ਭਾਗ ਸਾਨੂੰ ਪੁੱਛਿਆ ਗਿਆ ਹੈ ਰਾਸ਼ਟਰੀ ਆਮਦਨ, ਤਾਂ ਉਹ ਅਸੀਂ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਜੋ ਐੜਾ ਭਾਗ ਵਿੱਚ ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ ਕੀਤਾ ਹੈ, ਅਸੀਂ ਉਸ ਨੂੰ ਲਿਖ ਲਿਆ ਹੈ। ਉਸ ਤੋਂ ਬਾਅਦ ਇੱਕ ਬੜੀ ਹੀ ਮਹੱਤਵਪੂਰਨ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਰਾਸ਼ਟਰੀ ਆਮਦਨ ਨੂੰ ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ ਵੀ ਕਹਿੰਦੇ ਹਨ। ਸੋ ਜੇਕਰ ਕਿਤੇ ਰਾਸ਼ਟਰੀ ਆਮਦਨ ਨੂੰ ਪਤਾ ਕਰਨ ਲਈ ਕਿਹਾ ਜਾਵੇ ਤਾਂ ਉਸ ਦਾ ਭਾਵ ਹੈ ਕਿ ਅਸੀਂ ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ ਪਤਾ ਕਰਨਾ ਹੈ। ਹੁਣ ਅਸੀਂ ਇਹ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਜੋ ਸਾਨੂੰ ਪਤਾ ਹੈ ਸਾਨੂੰ ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ। ਅਸੀਂ ਇਸ ਦਾ ਉੱਤਰ ਪਿਛਲੀ ਸਲਾਈਡ ਵਿੱਚ ਪਤਾ ਲਗਾਇਆ ਸੀ। ਉਸ ਤੋਂ ਬਾਅਦ ਜੋ ਅਸੀਂ ਪਤਾ ਕਰਨਾ ਹੈ ਉਹ ਹੈ ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ, ਕਿਉਂਕਿ ਇਸੇ ਨੂੰ ਰਾਸ਼ਟਰੀ ਆਮਦਨ ਕਹਿੰਦੇ ਹਨ। ਸੋ ਉੱਪਰ ਉਹ ਹੈ ਜੋ ਸਾਨੂੰ ਪਤਾ ਹੈ, ਹੇਠਾਂ ਅਸੀਂ ਉਹ ਲਿਖਿਆ ਹੈ ਜੋ ਅਸੀਂ ਪਤਾ ਕਰਨਾ ਹੈ। ਸੋ ਅਸੀਂ ਪਹਿਲੀ ਰਕਮ ਦੇ ਵਿੱਚ ਕੁਝ ਪਰਿਵਰਤਨ ਕਰਨੇ ਹਨ। ਉਹ ਪਰਿਵਰਤਨ ਕਰਕੇ ਅਸੀਂ ਉਸ ਨੂੰ ਦੂਸਰੀ ਰਕਮ ਬਣਾਉਣਾ ਹੈ। ਤਾਂ ਇਹ ਕਿਵੇਂ ਕਰਨਾ ਹੈ। ਮੈਂ ਦੋਵਾਂ ਲਾਈਨਾਂ ਨੂੰ ਇਸ ਲਈ ਥੋੜ੍ਹਾ ਖੁੱਲ੍ਹਾ ਲਿਖਿਆ ਹੈ ਤਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਸਮਝਣ ਵਿੱਚ ਆਸਾਨੀ ਹੋਵੇ। ਵੈਸੇ ਪਹਿਲੀ ਇਹ ਲਾਈਨ ਪੂਰੀ ਇੱਕੋ ਹੀ ਲਾਈਨ ਹੈ, ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ, ਪਰ ਥੋੜ੍ਹਾ ਵਿੱਚ ਗੈਪ ਛੱਡ ਦਿੱਤਾ ਤੁਹਾਨੂੰ ਸਮਝਾਉਣ ਵਾਸਤੇ। ਤਾਂ ਦੇਖੋ, ਬਾਜ਼ਾਰ ਕੀਮਤ ਨੂੰ ਸਭ ਤੋਂ ਪਹਿਲਾਂ ਅਸੀਂ ਬਦਲਣਾ ਹੈ ਸਾਧਨ ਲਾਗਤ 'ਤੇ। ਤਾਂ ਇਹ ਧਿਆਨ ਰੱਖਣਾ ਕਿ ਜਦੋਂ ਵੀ ਅਸੀਂ ਬਾਜ਼ਾਰ ਕੀਮਤ ਤੋਂ ਸਾਧਨ ਲਾਗਤ ਬਣਾਉਣੀ ਹੋਵੇ ਤਾਂ ਅਸੀਂ ਇਸ ਵਿੱਚ ਕੁਝ ਘਟਾਉਂਦੇ ਹਾਂ। ਤਾਂ ਅਸੀਂ ਕੀ ਘਟਾਉਣਾ ਹੈ, ਉਹ ਹੈ ਸ਼ੁੱਧ ਅਪ੍ਰਤੱਖ ਕਰ। ਸੋ ਬਾਜ਼ਾਰ ਕੀਮਤ ਵਿੱਚੋਂ ਸ਼ੁੱਧ ਅਪ੍ਰਤੱਖ ਕਰ ਘਟਾ ਦਈਏ ਤਾਂ ਉਹ ਬਣਦਾ ਹੈ ਸਾਧਨ ਲਾਗਤ। ਉਸ ਤੋਂ ਬਾਅਦ ਦੇਖੋ, ਰਾਸ਼ਟਰੀ ਆਮਦਨ ਹੁੰਦੀ ਹੈ ਸਾਧਨ ਲਾਗਤ ਤੇ ਸ਼ੁੱਧ, ਜਦ ਕਿ ਜੋ ਅਸੀਂ ਪਹਿਲਾਂ ਪਤਾ ਕੀਤਾ ਸੀ ਉਹ ਸੀਗਾ ਬਾਜ਼ਾਰ ਕੀਮਤ ਤੇ ਸਕਲ। ਸੋ ਸਕਲ ਨੂੰ ਅਸੀਂ ਸ਼ੁੱਧ ਬਣਾਉਣਾ, ਤਾਂ ਕਿਵੇਂ ਬਣਾਉਣਾ ਹੈ, ਅਸੀਂ ਫਿਰ ਘਟਾਓ ਕਰਨੀ ਹੈ। ਤਾਂ ਕੀ ਘਟਾਉਣਾ ਹੈ, ਘਸਾਈ। ਸਕਲ ਵਿੱਚੋਂ ਘਸਾਈ ਨੂੰ ਜੇਕਰ ਅਸੀਂ ਮਾਈਨਸ ਕਰਾਂਗੇ ਤਾਂ ਇਹ ਬਣ ਜਾਂਦਾ ਹੈ ਸ਼ੁੱਧ। ਉਸ ਤੋਂ ਬਾਅਦ ਹੈ ਜੋ ਰਾਸ਼ਟਰੀ ਆਮਦਨ ਅਸੀਂ ਪਤਾ ਕਰਨੀ ਹੈ ਉਹ ਰਾਸ਼ਟਰੀ ਉਤਪਾਦ ਹੀ ਹੁੰਦਾ ਹੈ। ਔਰ ਜੋ ਅਸੀਂ ਪਤਾ ਕੀਤਾ ਹੈ ਉਹ ਹੈ ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ। ਉਸ ਵਿੱਚ ਵੀ ਰਾਸ਼ਟਰੀ ਸ਼ਬਦ ਹੈ, ਦੋਹਾਂ ਦੇ ਵਿੱਚ ਰਾਸ਼ਟਰੀ ਸ਼ਬਦ ਹੈ। ਸੋ ਜੇਕਰ ਰਾਸ਼ਟਰੀ ਤੋਂ ਰਾਸ਼ਟਰੀ ਹੀ ਅਸੀਂ ਬਣਾਉਣਾ ਹੈ ਤਾਂ ਸਾਨੂੰ ਕੋਈ ਵੀ ਪਰਿਵਰਤਨ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦੇ ਉਲਟ ਜੇਕਰ ਸਾਧਨ ਲਾਗਤ ਤੋਂ ਅਸੀਂ ਬਾਜ਼ਾਰ ਕੀਮਤ ਬਣਾਉਣਾ ਹੋਵੇ ਤਾਂ ਇਸ ਵਿੱਚ ਸ਼ੁੱਧ ਅਪ੍ਰਤੱਖ ਕਰ ਨੂੰ ਅਸੀਂ ਜੋੜ ਦੇਣਾ ਹੈ। ਸੋ ਬਾਜ਼ਾਰ ਕੀਮਤ ਤੋਂ ਜੇਕਰ ਸਾਧਨ ਲਾਗਤ ਬਣਾਉਣੀ ਹੋਵੇ ਤਾਂ ਸ਼ੁੱਧ ਅਪ੍ਰਤੱਖ ਘਟਾ ਦੇਣੇ ਹਨ। ਜੇਕਰ ਸਾਧਨ ਲਾਗਤ ਤੋਂ ਬਾਜ਼ਾਰ ਕੀਮਤ ਬਣਾਉਣੀ ਹੋਵੇ ਤਾਂ ਸ਼ੁੱਧ ਅਪ੍ਰਤੱਖ ਕਰ ਅਸੀਂ ਇਸ ਵਿੱਚ ਜੋੜ ਦੇਣੇ ਹਨ। ਇਸੇ ਪ੍ਰਕਾਰ ਸਕਲ ਨੂੰ ਜੇਕਰ ਅਸੀਂ ਸ਼ੁੱਧ ਬਣਾਉਣਾ ਹੈ ਤਾਂ ਅਸੀਂ ਇਸ ਵਿੱਚੋਂ ਘਸਾਵਟ ਨੂੰ ਮਾਈਨਸ ਕਰਨਾ ਹੈ। ਪਰ ਜੇਕਰ ਅਸੀਂ ਸ਼ੁੱਧ ਤੋਂ ਸਕਲ ਬਣਾਉਣਾ ਹੋਵੇ ਤਾਂ ਅਸੀਂ ਇਸ ਵਿੱਚ ਘਸਾਵਟ ਨੂੰ ਜੋੜ ਦੇਣਾ ਹੈ। ਸੋ ਸ਼ੁੱਧ ਵਿੱਚ ਜੇਕਰ ਅਸੀਂ ਘਸਾਵਟ ਜੋੜ ਦਈਏ ਤਾਂ ਇਹ ਬਣਦਾ ਹੈ ਸਕਲ। ਸੋ ਇਹ ਬਹੁਤ ਹੀ ਮਹੱਤਵਪੂਰਨ ਹੈ ਰਾਸ਼ਟਰੀ ਆਮਦਨ ਦੇ ਸਵਾਲਾਂ ਲਈ। ਇਸ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ।
ਹੁਣ ਅਸੀਂ ਦੇਖਾਂਗੇ ਕਿ ਇਸ ਨੂੰ ਅਸੀਂ ਫਾਰਮੂਲੇ ਦੇ ਵਿੱਚ ਕਿਵੇਂ ਲਿਖਣਾ ਹੈ। ਸੋ ਸਭ ਤੋਂ ਪਹਿਲਾਂ ਵੇਖੋ, ਅਸੀਂ ਪਤਾ ਕਰਨਾ ਹੈ ਰਾਸ਼ਟਰੀ ਆਮਦਨ ਭਾਵ ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ। ਤੇ ਜੋ ਅਸੀਂ ਪਤਾ ਲਗਾਇਆ ਹੈ 86,500 ਕਰੋੜ ਰੁਪਇਆ, ਇਹ ਹੈ ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ। ਸੋ ਅਸੀਂ ਸਭ ਤੋਂ ਪਹਿਲਾਂ ਬਰਾਬਰ ਦਾ ਨਿਸ਼ਾਨ ਪਾਵਾਂਗੇ ਔਰ ਬਰਾਬਰ ਦਾ ਸਿੰਬਲ ਪਾਉਣ ਤੋਂ ਬਾਅਦ ਇਸ ਦੇ ਖੱਬੇ ਹੱਥ ਅਸੀਂ ਲਿਖਣਾ ਹੈ ਜੋ ਅਸੀਂ ਪਤਾ ਕਰਨਾ ਹੈ। ਔਰ ਅਸੀਂ ਪਤਾ ਹੀ ਕਰਨਾ ਹੈ, ਪਤਾ ਕਰਨਾ ਹੈ ਸਾਧਨ ਲਾਗਤ ਤੇ ਸ਼ੁੱਧ ਰਾਸ਼ਟਰੀ ਉਤਪਾਦ, ਕਿਉਂਕਿ ਇਸ ਨੂੰ ਅਸੀਂ ਕਹਿੰਦੇ ਹਾਂ ਰਾਸ਼ਟਰੀ ਆਮਦਨ। ਸੋ ਜੋ ਅਸੀਂ ਪਤਾ ਕਰਨਾ ਹੈ ਉਹ ਬਰਾਬਰ ਦੇ ਖੱਬੇ ਪਾਸੇ ਵੱਲ ਲਿਖਣਾ ਹੈ। ਅਤੇ ਜੋ ਸਾਨੂੰ ਪਤਾ ਹੈ, ਪਤਾ ਸਾਨੂੰ ਕੀ ਹੈ, ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ, ਇਸ ਨੂੰ ਅਸੀਂ ਬਰਾਬਰ ਦੇ ਸੱਜੇ ਪਾਸੇ ਵੱਲ ਲਿਖਣਾ ਹੈ। ਇਸ ਨੂੰ ਲਿਖਣ ਤੋਂ ਬਾਅਦ ਅਸੀਂ ਦੇਖਣਾ ਹੈ ਕਿ ਬਰਾਬਰ ਦੇ ਖੱਬੇ ਅਤੇ ਸੱਜੇ ਪਾਸੇ ਵਿੱਚ ਕਿਹੜੀ ਚੀਜ਼ ਦਾ ਅੰਤਰ ਹੈ, ਅਸੀਂ ਉਸ ਅੰਤਰ ਨੂੰ ਠੀਕ ਕਰਨਾ ਹੈ। ਜਿਵੇਂ ਪਹਿਲਾ ਅੰਤਰ ਹੈ ਕਿ ਜੋ ਸਾਨੂੰ ਪਤਾ ਹੈ ਉਹ ਹੈ ਬਾਜ਼ਾਰ ਕੀਮਤ, ਅਤੇ ਜੋ ਅਸੀਂ ਪਤਾ ਲਗਾਉਣਾ ਹੈ ਉਹ ਹੈ ਸਾਧਨ ਲਾਗਤ। ਤਾਂ ਇਹ ਉੱਪਰ ਵੀ ਸਾਨੂੰ ਸਮਝਾਇਆ ਗਿਆ ਸੀ ਕਿ ਜਦੋਂ ਅਸੀਂ ਬਾਜ਼ਾਰ ਕੀਮਤ ਨੂੰ ਸਾਧਨ ਲਾਗਤ ਬਣਾਉਣਾ ਹੈ ਤਾਂ ਅਸੀਂ ਕੀ ਕਰਨਾ ਹੈ, ਅਸੀਂ ਸ਼ੁੱਧ ਅਪ੍ਰਤੱਖ ਕਰ ਘਟਾ ਦੇਣੇ ਹਨ। ਸੋ ਅਸੀਂ ਇਸੇ ਤਰ੍ਹਾਂ ਕਰਾਂਗੇ, ਅਸੀਂ ਘਟਾਓ ਦਾ ਨਿਸ਼ਾਨ ਪਾ ਕੇ ਲਿਖਾਂਗੇ ਸ਼ੁੱਧ ਅਪ੍ਰਤੱਖ ਕਰ। ਸੋ ਸਾਡਾ ਪਹਿਲਾ ਜੋ ਅੰਤਰ ਹੈ ਇਹ ਅੰਤਰ ਸਾਡਾ ਖਤਮ ਹੋ ਜਾਵੇਗਾ। ਉਸ ਤੋਂ ਬਾਅਦ ਦੂਸਰਾ ਅੰਤਰ ਦੇਖਦੇ ਹਾਂ ਕਿ ਇੱਥੇ ਲਿਖਿਆ ਹੈ ਸਕਲ ਔਰ ਇੱਥੇ ਲਿਖਿਆ ਹੈ ਸ਼ੁੱਧ। ਸੋ ਸਕਲ ਨੂੰ ਅਸੀਂ ਸ਼ੁੱਧ ਬਣਾਉਣਾ ਹੈ, ਜੋ ਪਤਾ ਕਰਨਾ ਹੈ ਉਹ ਹੈ ਸ਼ੁੱਧ, ਜੋ ਸਾਨੂੰ ਪਤਾ ਹੈ ਉਹ ਹੈ ਸਕਲ। ਸੋ ਸਕਲ ਨੂੰ ਅਸੀਂ ਸ਼ੁੱਧ ਬਣਾਉਣਾ ਹੈ ਤਾਂ ਅਸੀਂ ਇਸ ਵਿੱਚ ਘਸਾਵਟ ਨੂੰ ਮਾਈਨਸ ਕਰਦੇ ਹਾਂ, ਘਸਾਵਟ ਨੂੰ ਘਟਾ ਦਿੰਦੇ ਹਾਂ। ਸੋ ਅਸੀਂ ਘਸਾਵਟ ਨੂੰ ਵੀ ਮਾਈਨਸ ਕਰ ਦਿੱਤਾ। ਉਸ ਤੋਂ ਬਾਅਦ ਹੈ ਤੀਸਰਾ, ਸਾਡੇ ਕੋਲ ਜੋ ਸਾਨੂੰ ਪਤਾ ਹੈ ਉਹ ਹੈ ਰਾਸ਼ਟਰੀ ਉਤਪਾਦ, ਅਤੇ ਜੋ ਅਸੀਂ ਪਤਾ ਕਰਨਾ ਹੈ ਉਹ ਵੀ ਹੈ ਰਾਸ਼ਟਰੀ ਉਤਪਾਦ। ਇਸ ਲਈ ਸਾਨੂੰ ਕੋਈ ਵੀ ਪਰਿਵਰਤਨ ਕਰਨ ਦੀ ਲੋੜ ਨਹੀਂ ਹੈ। ਸੋ ਇਸ ਤਰ੍ਹਾਂ ਅਸੀਂ ਰਾਸ਼ਟਰੀ ਆਮਦਨ ਨੂੰ ਪਤਾ ਕਰਨ ਲਈ ਫਾਰਮੂਲਾ ਲਿਖ ਲਿਆ ਹੈ। ਅਸੀਂ ਹੁਣ ਇਸ ਵਿੱਚ ਇਹਨਾਂ ਦੀਆਂ ਵੈਲਿਊਜ਼ ਜੋ ਹੈ ਅਸੀਂ ਪੁੱਟ ਕਰਦੇ ਹਾਂ ਫਾਰਮੂਲੇ ਦੇ ਵਿੱਚ, ਔਰ ਇਸ ਦਾ ਆਨਸਰ ਦਾ ਪਤਾ ਲਗਾਉਂਦੇ ਹਾਂ। ਸੋ ਅਸੀਂ ਫਾਰਮੂਲਾ ਵੀ ਲਿਖ ਲਿਆ ਹੈ ਅਤੇ ਸਵਾਲ ਵੀ ਲਿਖ ਲਿਆ ਹੈ। ਸੋ ਸਭ ਤੋਂ ਪਹਿਲਾਂ ਹੈ ਬਾਜ਼ਾਰ ਕੀਮਤ ਤੇ ਸਕਲ ਰਾਸ਼ਟਰੀ ਉਤਪਾਦ, ਤਾਂ ਇਹ ਅਸੀਂ ਪਹਿਲਾਂ ਹੀ ਪਤਾ ਲਗਾਇਆ ਹੈ, ਇਹ ਸਾਡਾ ਹੈ 86,500 ਕਰੋੜ ਰੁਪਇਆ। ਤਾਂ ਅਸੀਂ ਇਸ ਨੂੰ ਲਿਖਾਂਗੇ, ਇਸ ਵਿੱਚੋਂ ਅਸੀਂ ਘਟਾਉਣਾ ਹੈ ਸ਼ੁੱਧ ਅਪ੍ਰਤੱਖ ਕਰ। ਤਾਂ ਸ਼ੁੱਧ ਅਪ੍ਰਤੱਖ ਕਰ ਸਾਨੂੰ ਸਵਾਲ ਵਿੱਚ ਨਹੀਂ ਦਿੱਤਾ, ਸਾਨੂੰ ਉਸ ਦੀ ਜਗ੍ਹਾ 'ਤੇ ਦੋ ਰਕਮਾਂ ਦਿੱਤੀਆਂ ਗਈਆਂ ਹਨ, ਆਰਥਿਕ ਸਹਾਇਤਾ ਅਤੇ ਅਪ੍ਰਤੱਖ ਕਰ। ਅਸੀਂ ਸ਼ੁੱਧ ਅਪ੍ਰਤੱਖ ਕਰ ਨੂੰ ਪਤਾ ਲਗਾਉਣ ਲਈ ਅਪ੍ਰਤੱਖ ਕਰ ਵਿੱਚੋਂ ਆਰਥਿਕ ਸਹਾਇਤਾ ਨੂੰ ਘਟਾ ਦੇਣਾ ਹੈ। ਅਪ੍ਰਤੱਖ ਕਰ ਹੈ 5500 ਕਰੋੜ ਰੁਪਇਆ ਅਤੇ ਆਰਥਿਕ ਸਹਾਇਤਾ ਹੈ 2,600 ਕਰੋੜ ਰੁਪਇਆ। ਦੋਹਾਂ ਦਾ ਅੰਤਰ ਸ਼ੁੱਧ ਅਪ੍ਰਤੱਖ ਕਰ ਹੈ ਔਰ ਇਹ ਹੈ 2900 ਕਰੋੜ ਰੁਪਇਆ। ਉਸ ਤੋਂ ਬਾਅਦ ਘਸਾਵਟ, ਘਸਾਵਟ ਦਾ ਮੁੱਲ ਹੈ 400 ਕਰੋੜ ਰੁਪਇਆ। ਇਸ ਨੂੰ ਵੀ ਅਸੀਂ ਫਾਰਮੂਲੇ ਵਿੱਚ ਲਿਖਣਾ ਹੈ ਔਰ ਸਾਡਾ ਉੱਤਰ ਪ੍ਰਾਪਤ ਹੋ ਗਿਆ ਹੈ 83,200 ਕਰੋੜ ਰੁਪਇਆ। ਸੋ ਇਸ ਤਰ੍ਹਾਂ ਬੇਟਾ ਸਾਡੇ ਕੋਲ ਤਿੰਨਾਂ ਸਵਾਲਾਂ ਦੇ ਉੱਤਰ ਪ੍ਰਾਪਤ ਹੋ ਗਏ ਹਨ।
पहला ऊड़ा, ऊड़े का उत्तर है 87,050 करोड़ रुपया। ऐड़ा, बाजार कीमत ते सकल राष्ट्रीय उत्पाद, इसका उत्तर प्राप्त होया है 86,500 करोड़ रुपया। तीसरा, साधन लागत ते शुद्ध राष्ट्रीय उत्पाद जां राष्ट्रीय आमदन, इसका उत्तर सानू प्राप्त होया है 83,200 करोड़ रुपया। असीं बेटा सवाल कर लए हैं, पर कुछ जरूरी गल्लां हन तुसीं नोट करनियां। पहला कि कई बार सानू सवाल दे विच एक शब्द लिखिया हुंदा है निवल, तां निवल का अर्थ हुंदा है शुद्ध। शुद्ध अते निवल दोवें एक ही हैं, दोवां विच कोई फर्क नहीं। जेकर निवल शब्द लिखिया होवे तां कन्फ्यूज नहीं होना, निवल अते शुद्ध एक ही शब्द हैं। उस तो बाद है स्थाई जां स्थिर। स्थाई लिखिया होवे जां स्थिर लिखिया होवे, दोवां दा मतलब सेम है। दोहां नूं असीं इंग्लिश विच फिक्सड कहने हाँ। सो उस तो बाद है सकल। सकल का अर्थ हुंदा है कुल। जेकर कुल लिखिया होवे, कुल घरेलू पूंजी निर्माण जां सकल घरेलू पूंजी निर्माण, तो सकल अते कुल दोवें एक ही हैं, दोवां विच कोई अंतर नहीं है। उस तो बाद घिसावट नूं सवाल विच तीन तरीकिਆਂ नाल लिखिया हुंदा है। कई वारी लिखिया हुंदा है घिसावट, कई वारी लिखिया हुंदा है घसाई, ਅਤੇ कई वार स्थाई पूंजी का उपभोग। सो तिन्हां दा मतलब सेम है, घसावट, घसाई, स्थाई पूंजी का उपभोग। उस तो बाद निवेश। निवेश नूं असीं पूंजी निर्माण भी कहते हैं। तो आम तौर पर मैं देखा है कि बच्चे पूंजी निर्माण ਅਤੇ पूंजी के उपभोग ਵਿੱਚ बहुत कन्फ्यूज होंदे हैं, और इस करके सवाल गलत हो जाता है। तो ये ध्यान रखना कि पूंजी का उपभोग घिसावट होंदी है ਅਤੇ पूंजी का निर्माण निवेश होंदा है। सो ये अंतर जो है बहुत ध्यान नाल नोट कर लेना। नैक्सट है आर्थिक सहायता नूं भी सवाल विच अलग अलग तरीके नाल लिखिया जाता है। कई बारी आर्थिक सहायता नूं आर्थिक अनुदान लिख दिता जाता है, ਅਤੇ कई बार इस दी जगह ते सबसिडी भी लिखिया हुंदा है। सो सबसिडी, आर्थिक अनुदान ਜਾਂ आर्थिक सहायता, ये तिन्ने एक ही चीज़ हैं, इन्हां विच कोई फर्क नहीं है। अगे साधन लागत ते शुद्ध घरेलू उत्पाद। जे तुहानूं सवाल विच साधन लागत ते शुद्ध घरेलू उत्पाद पता करन लई किहा जावे तां तुसीं घरेलू आमदन का पता लगाउणा है। और जेकर साधन लागत ते शुद्ध राष्ट्रीय उत्पाद पता करने लई किहा जावे तां राष्ट्रीय आमदन का पता लगाउणा है। जां उल्ट भी आ सकता है, राष्ट्रीय आमदन पुछया गया होवे तां इसका अर्थ है साधन लागत ते शुद्ध राष्ट्रीय उत्पाद का पता लगाउणा है। उम्मीद है तुहानूं खर्च विधि नाल सवाल करन दे विच इस वीडियो तो कुछ मदद मिली होवेगी। तुहाडा बहुत बहुत धन्नवाद। थैंक यू।